ਨਾਨਕ ਸਿੰਘ ਦਾ ਨਾਵਲ ਅੱਧ ਖਿੜਿਆ ਫੁੱਲ ਦਾ 28 ਵਾਂਗ ਨਿਰਬਾਣਤਾ ਦੇ ਉਦਿਆਨ ਵਿੱਚ ਨਵੇਂ ਪੁਸ਼ਪ ਕੁੰਜ ਦੀ ਸਥਾਪਨਾ ਹੋਈ। ਕੁਲਦੀਪ ਦੇ ਮਨ ਪੰਛੀ ਨੇ ਜਿਹੜਾ ਉਦਾਸੀਨਤਾ ਦੇ ਮੰਡਲਾਂ 'ਚ ਡੋਲਦਾ ਫਿਰਦਾ ਸੀ, ਧਰਤੀ ਵੱਲ ਨਜ਼ਰ ਫੇਰੀ। ਹਰੀਆਂ ਭਰੀਆਂ ਟਹਿਣੀਆਂ ਦੇ ਝੁੰਡ 'ਚ ਚਹਿਕਦੀ ਇੱਕ ਚੰਚਲ ਬੁਲਬੁਲ ਉਹਦੀ ਨਜ਼ਰੀਂ ਪਈ ਅਤੇ ਉਹ ਪੰਛੀ ਖੰਭ ਫੜਫੜਾਉਂਦਾ ਉਹਦੇ ਕੋਲ ਆ ਬੈਠਾ। ਨਵੇਂ ਆਲ੍ਹਣੇ ਦੀ ਤਿਆਰੀ ਹੋਣ ਲੱਗੀ। ਨੌਕਰਾਣੀ ਦੀ ਨੂੰਹ ਦੇ ਰੂਪ 'ਚ ਤਬਦੀਲੀ ਨੇ ਗਿਆਨ ਕੌਰ ਦੇ ਦਿਲ ਦੀ ਕੀ ਹਾਲਤ ਕੀਤੀ, ਕਹਿਣ ਸੁਣਨ ਤੋਂ ਬਾਹਰ ਹੈ। ਪ੍ਰਕਾਸ਼ ਨੇ ਜਿਹੜੀ ਹੁਣ ਇਸ ਘਰ ਦੀ ਮਾਲਕਣ ਸੀ, ਘਰ ਦੀ ਵਾਗਡੋਰ ਸੰਭਾਲੀ। ਕੁਲਦੀਪ ਉਹਦੇ ਚੰਚਲ ਨੈਣਾਂ ਦੀ ਚਕਾਚੌਂਧ ਅੱਗੇ ਠਹਿਰ ਨਾ ਸਕਿਆ। ਇੰਨੇ ਚਿਰ ਦਾ ਭਜਨ, ਅਭਿਆਸ ਤੇ ਗਿਆਨ, ਵੈਰਾਗ ਸਭ ਕੁਝ ਖੰਭ ਲਾ ਕੇ ਪਤਾ ਨਹੀਂ ਕਿਹੜੇ ਪਾਸੇ ਉੱਡ ਗਿਆ। ਸਤਵੰਤ ਨੇ ਉਹਦੇ ਜੀਵਨ 'ਚ ਦਾਖਲ ਹੋ ਕੇ 2 ਵਰ੍ਹੇ ਬਿਤਾਏ ਸੀ। ਉਹਦੀ ਸਰਲਤਾ ਤੇ ਪਤੀ ਭਗਤੀ ਨੇ ਕੁਲਦੀਪ ਨੂੰ ਪੂਰਨ ਸੁੱਖ ਦਿੱਤਾ ਸੀ। ਹੁਣ ਉਹਨੂੰ ਪਤਾ ਲੱਗਾ ਕਿ ਸਰਲਤਾ ਤੇ ਪਤੀ ਭਗਤੀ ਦੇ ਗੁਣਾਂ ਕਰਕੇ ਹੀ ਇੱਕ ਜਨਾਨੀ ਯੋਗ ਪਤਨੀ ਨਹੀਂ ਕਹੀ ਜਾ ਸਕਦੀ। ਪਤਨੀ ਲਈ ਜਿਹੜੀ ਸਭ ਤੋਂ ਵੱਡਮੁੱਲੀ ਚੀਜ਼ ਹੈ ਉਹ ਹੈ ਹਰ ਕੰਮ, ਹਰ ਗੱਲ, ਹਰ ਹਰਕਤ ਵਿੱਚ ਇੱਕ ਮਨ ਖੇੜਵੀਂ ਅਦਾ। ਉਹਦੀਆਂ ਪਲਕਾਂ ਦੀ ਹਰ ਇੱਕ ਝਮਕ ਵਿੱਚ ਨਵੇਂ ਤੋਂ ਨਵਾਂ ਕਟਾਹ, ਉਹਦੀ ਬੋਲਚਾਲ ਵਿੱਚ ਕਵਿਤਾ ਦਾ ਉਹ ਰੰਗ ਜਿਹੜਾ ਪਤੀ ਨੂੰ ਅੱਡੀ ਤੋਂ ਚੋਟੀ ਤੱਕ ਬੇਬਲ ਕਰ ਦੇਵੇ। ਉਹਦੀ ਮੁਸਕਰਾਹਟ 'ਚ ਉਹ ਮਾਦਕਤਾ ਹੋਵੇ ਜਿਹੜੀ ਪ੍ਰੇਮੀ ਨੂੰ ਪੂਰੀ ਬੋਤਲ ਸ਼ਰਾਬ ਦਾ ਨਸ਼ਾ ਦੇਵੇ। ਉਹਦੇ ਆਲਿੰਗਨ 'ਚੋਂ ਨਿੱਘ ਹੋਵੇ ਕਿ ਇੱਕ ਵਾਰਗੀ ਕਿਸੇ ਨੂੰ ਬੇਖੁਦ ਤੋਂ ਅਗਾਂਹ ਪਾਗਲ ਬਣਾ ਦੇਵੇ। ਕੁਲਦੀਪ ਨੂੰ ਅਨੁਭਵ ਹੋਇਆ ਜਿਵੇਂ ਇਹਨਾਂ ਗੁਣਾਂ ਵਿੱਚ ਸ਼ਾਇਦ ਇੱਕ ਵੀ ਸਤਵੰਤ 'ਚ ਨਹੀਂ ਸੀ। ਨਿਰੀ, ਸਾਧ ਮੁਰਾਦੀ, ਸੋਹਣੀ, ਨਿਰਛਲ ਤੇ ਪਤੀ ਪ੍ਰੇਮ 'ਚ ਮੁਗਧ ਸੀ ਉਹ ਤਾਂ। ਉਹਦੇ ਵਿਆਹ ਬਾਰੇ ਦੁਨੀਆ ਕੀ ਕਹਿੰਦੀ ਹੈ, ਇਸ ਗੱਲ ਨੂੰ ਸੋਚਣ ਦੀ ਉਹਨੂੰ ਵੇਲ ਨਹੀਂ ਸੀ। ਲੋਕਾਂ ਦਾ ਕਹਿਣਾ ਕਿ ਪਿਓ ਦੀ ਚਿਖਾ ਵੀ ਠੰਡੀ ਨਹੀਂ ਹੋਈ, ਪੁੱਤਰ ਨੂੰ ਘਰ ਵਸਾਉਣ ਦੀ ਪੈ ਗਈ। ਕੁਲਦੀਪ ਦੇ ਕੰਨਾਂ ਤੀਕ ਇਹ ਗੱਲਾਂ ਪਹੁੰਚ ਹੀ ਨਹੀਂ ਸਨ ਸਕਦੀਆਂ। ਯਾਰਾਂ ਦੋਸਤਾਂ 'ਚ ਉਹਨੇ ਇਸ ਕੰਮ ਨੂੰ ਆਦਰਸ਼ ਤੇ ਸੁਧਾਰ ਦਾ ਰੰਗ ਦੇ ਕੇ ਪ੍ਰਗਟ ਕੀਤਾ। ਮਾਂ ਦੀ ਨਾਰਾਜ਼ਗੀ ਨੂੰ ਉਹ ਜ਼ਰੂਰ ਮਹਿਸੂਸ ਕਰਦਾ ਸੀ, ਪਰ ਇਸ 'ਚ ਬਹੁਤ ਕਸੂਰ ਵਰਿਆਮ ਸਿੰਘ ਦਾ ਸਮਝਦਾ ਸੀ। ਇਸ ਵੇਲੇ ਦੁਨੀਆ ਵਿੱਚ ਉਹਦਾ ਸਭ ਤੋਂ ਵੱਡਾ ਦੁਸ਼ਮਣ ਕੋਈ ਸੀ ਤਾਂ ਵਰਿਆਮ ਸਿੰਘ। ਇੱਥੋਂ ਤੱਕ ਕਿ ਪ੍ਰਕਾਸ਼ ਵੀ ਵਰਿਆਮ ਸਿੰਘ ਨੂੰ ਨਫ਼ਰਤ ਕਰਨ ਲੱਗ ਪਈ ਸੀ ਤੇ ਖੁੱਲ੍ਹ ਕੇ ਉਹਦੇ ਮੱਥੇ ਨਹੀਂ ਸੀ ਲੱਗਣਾ ਚਾਹੁੰਦੀ। ਕਦੀ ਕਦੀ ਕੁਲਦੀਪ ਦੇ ਦਿਲ 'ਚ ਇੱਕ ਜੋਸ਼ ਠਾਠਾਂ ਮਾਰਨ ਲੱਗ ਪੈਂਦਾ, ਵਰਿਆਮ ਸਿੰਘ ਪਾਸੋਂ ਬਦਲਾ ਕਿਸ ਤਰ੍ਹਾਂ ਲਿਆ ਜਾਵੇ। ਕਮਰੇ ਦੀ ਸਜਾਵਟ ਨਵੇਂ ਸਿਰਿਓਂ ਕੀਤੀ ਗਈ। ਇੱਕ ਵਾਰੀ ਫਿਰ ਉਹ ਪੁਰਾਣੀ ਆਦਤ ਕੁਲਦੀਪ ਦੇ ਅੰਦਰ ਜਾਗ ਉੱਠੀ, ਨਵੀਆਂ ਚੀਜ਼ਾਂ ਖਰੀਦਣ ਦੀ। ਕਿਤੇ ਸੋਫਾ ਸੈੱਟ ਆ ਗਿਆ, ਕਿਤੇ ਰਿਵਾਲਵਿੰਗ ਚੇਅਰ ਖਰੀਦੀ ਗਈ, ਕਿਤੇ ਡਰੈਸਿੰਗ ਟੇਬਲ, ਕਿਤੇ ਕਾਲੀਨ, ਕਿਤੇ ਸਪਰਿੰਗਦਾਰ ਪਲੰਗ ਆਦਿ। ਅਤੇ ਇਹਨਾਂ ਸਭ ਚੀਜ਼ਾਂ ਦੀ ਚੋਣ ਦਾ ਕੰਮ ਪ੍ਰਕਾਸ਼ ਉੱਪਰ ਹੀ ਨਿਰਭਰ ਸੀ। ਵਿਆਹ ਨੂੰ 1 ਮਹੀਨਾ ਬੀਤ ਗਿਆ। ਮਾਘ ਦੀਆਂ ਸਰਦੀਆਂ ਪੂਰੇ ਜੋਬਨ 'ਤੇ ਸਨ। ਇਹ ਨਵੀਂ ਜੋੜੀ ਰਾਤ ਦੇ ਕੋਈ 9 ਕੁ ਵਜੇ ਆਪਣੇ ਉੱਪਰਲੇ ਕਮਰੇ 'ਚ ਬੈਠੀ ਗੱਲਾਂ ਕਰ ਰਹੀ ਸੀ। ਇਹਨਾਂ ਸਾਰੀਆਂ ਗੱਲਾਂ ਦਾ ਲਗਭਗ ਇੱਕੋ ਵਿਸ਼ਾ ਸੀ, ਪ੍ਰੇਮ ਮਿਲਾਪ, ਪ੍ਰੇਮ ਨਿਭਾਉਣ ਦੇ ਪ੍ਰਣ ਤੇ ਪ੍ਰੇਮ ਦੀ ਬੇਖੁਦੀ 'ਚ ਇੱਕ ਦੂਜੇ ਦੀ ਸੁੰਦਰਤਾ ਦੀ ਸ਼ਲਾਘਾ। ਪਰ ਇਹਦੇ ਨਾਲ ਨਾਲ ਕੁਲਦੀਪ ਦੇ ਦਿਲ 'ਚ ਇੱਕ ਹੋਰ ਪ੍ਰਸ਼ਨ ਵੀ ਬਰਾਬਰ ਉੱਠ ਰਿਹਾ ਸੀ। ਅੱਜ ਤੋਂ ਨਹੀਂ, ਉਸੇ ਦਿਨ ਤੋਂ ਜਿੱਦਣ ਤੋਂ ਪ੍ਰਕਾਸ਼ ਨੌਕਰਾਣੀ ਦੇ ਰੂਪ 'ਚ ਇਸ ਘਰ 'ਚ ਆਈ ਸੀ। ਪ੍ਰਕਾਸ਼ ਤੇ ਵਰਿਆਮ ਸਿੰਘ ਦੇ ਤਾਲੁਕਾਤ ਬਾਰੇ ਉਹ ਅੱਜ ਤੱਕ ਪ੍ਰਕਾਸ਼ ਕੋਲੋਂ ਪੁੱਛਣ ਦਾ ਹੌਸਲਾ ਨਹੀਂ ਸੀ ਕਰ ਸਕਿਆ, ਮਤੇ ਗੁੱਸੇ ਹੋ ਜਾਏ। ਪਰ ਅੱਜ ਕੁਲਦੀਪ ਇਸ ਇਰਾਦੇ ਨੂੰ ਰੋਕ ਨਾ ਸਕਿਆ। ਗੱਲਾਂ ਕਥਾਂ ਦੇ ਸਿਲਸਿਲੇ 'ਚ ਜਿਉਂ ਹੀ ਵਰਿਆਮ ਦਾ ਜ਼ਿਕਰ ਆਇਆ ਕਿ ਕੁਲਦੀਪ ਨੇ ਪੁੱਛਿਆ, ਪ੍ਰਕਾਸ਼, ਵਰਿਆਮ ਸਿੰਘ ਤੈਨੂੰ ਕਦੋਂ ਤੋਂ ਜਾਣਦਾ ਹੈ? ਥੋੜ੍ਹੇ ਚਿਰ ਤੋਂ, ਕਹਿ ਕੇ ਪ੍ਰਕਾਸ਼ ਨੇ ਇੱਕ ਵਾਰੀ ਉਹਦੀਆਂ ਅੱਖਾਂ 'ਚੋਂ ਕੁਝ ਪੜ੍ਹਨ ਦੀ ਕੋਸ਼ਿਸ਼ ਕੀਤੀ। ਕਿਸ ਤਰ੍ਹਾਂ ਪਰ? ਕੁਲਦੀਪ ਨੇ ਪੁੱਛਿਆ। ਭਾਵੇਂ ਕੁਲਦੀਪ ਨੇ ਪ੍ਰਕਾਸ਼ ਦੇ ਦਿਲ 'ਚ ਵਰਿਆਮ ਸਿੰਘ ਬਾਰੇ ਬਥੇਰੀ ਨਫ਼ਰਤ ਭਰਤੀ ਸੀ, ਪਰ ਪ੍ਰਕਾਸ਼ ਅਜੇ ਤੱਕ ਵੀ ਵਰਿਆਮ ਸਿੰਘ ਦੇ ਅਹਿਸਾਨਾਂ ਨੂੰ ਭੁਲਾ ਨਹੀਂ ਸੀ ਸਕੀ। ਉਹ ਬੋਲੀ, ਉਹਨਾਂ ਮੇਰੀ ਜਾਨ ਬਚਾਈ ਸੀ। ਜਾਨ ਬਚਾਈ ਸੀ? ਕੁਲਦੀਪ ਨੇ ਜ਼ਰਾ ਕਾਹਲੀ 'ਚ ਪੁੱਛਿਆ, ਕਿਸ ਤਰ੍ਹਾਂ? ਮੇਰੀ ਪਿੱਠ 'ਚ ਫੋੜਾ ਹੋ ਗਿਆ ਸੀ, ਮੈਂ ਇੱਕ ਸੜਕ 'ਤੇ ਮਰਨ ਹਾਕੀ ਪਈ ਸਾਂ, ਉਹ ਮੈਨੂੰ ਘਰ ਲੈ ਗਏ ਅਤੇ ਉੱਥੇ ਉਸ ਕਿੰਨਾ ਕੁ ਚਿਰ ਤੇਰਾ ਇਲਾਜ ਕੀਤਾ? ਕੁਲਦੀਪ ਦੀ ਆਵਾਜ਼ 'ਚ ਕੰਬਣੀ ਦਾ ਅੰਸ਼ ਸੀ। ਸਿਰਫ ਇੱਕੋ ਰਾਤ। ਦੂਜੇ ਦਿਨ ਉਹਨਾਂ ਮੈਨੂੰ ਹਸਪਤਾਲ ਦਾਖਲ ਕਰਾ ਦਿੱਤਾ। ਉਸ ਰਾਤ ਉਹਨੇ ਇਕੱਲੇ ਮਰਮ ਪੱਟੀ ਕੀਤੀ? ਨਹੀਂ, ਇੱਕ ਹੋਰ ਕੁੜੀ ਨੂੰ ਉਹਨਾਂ ਸੱਦ ਲਿਆ ਸੀ, ਪਰ ਉੱਥੇ ਬਹੁਤਾ ਚਿਰ ਨਹੀਂ ਸੀ ਠਹਿਰੀ। ਮੇਰੀ ਹਾਲਤ ਨੂੰ ਵੇਖਦਿਆਂ ਹੀ ਉਹ ਘਬਰਾ ਗਈ ਸੀ। ਥੋੜ੍ਹੀ ਦੇਰ ਪਿੱਛੋਂ ਉਹਨੂੰ ਵਾਪਸ ਪਹੁੰਚਾ ਆਏ ਸੀ। ਕੁੜੀ ਕੌਣ ਸੀ? ਮੈਂ ਉਹਨੂੰ ਨਹੀਂ ਜਾਣਦੀ, ਸਰੋਜ ਕਹਿ ਕੇ ਪਾਪਾ ਜੀ ਨੇ 2-3 ਵਾਰੀ ਉਹਨੂੰ ਬੁਲਾਇਆ ਸੀ। ਕੁਲਦੀਪ ਨੂੰ ਉਸ ਰਾਤ ਦੀ ਘਟਨਾ ਚੇਤੇ ਆਈ। ਉਹਨੇ ਪੁੱਛਿਆ, ਕਿੰਨੇ ਕੁ ਚਿਰ ਦੀ ਗੱਲ ਹੈ? 5 ਕੁ ਮਹੀਨੇ ਹੋ ਗਏ ਹੋਣੇ ਨੇ। ਕੁਲਦੀਪ ਸੋਚ ਰਿਹਾ ਸੀ ਉਸ ਘਟਨਾ ਨੂੰ ਵੀ ਇੰਨਾ ਹੀ ਚਿਰ ਹੋਇਆ ਹੈ। ਪ੍ਰਕਾਸ਼ ਕਹਿ ਰਹੀ ਸੀ, ਵਿਚਾਰੀ ਵਰਦੇ ਮੀਂਹ 'ਚ ਬੜੇ ਬੁਰੇ ਹਾਲੀਂ ਆਈ ਸੀ, ਪਰ ਇੱਕ
ਘੰਟੇ ਤੋਂ ਵੱਧ ਉੱਥੇ ਨਾ ਠਹਿਰੀ। ਪਾਪਾ ਜੀ ਨੇ ਉਹਦੀਆਂ ਬਥੇਰੀਆਂ ਮਿੰਨਤਾਂ ਕੀਤੀਆਂ ਕਿ ਮੇਰੇ ਘਰ ਅੱਜ ਇਕੱਲੀ ਜਨਾਨੀ ਹੈ, ਤੈਨੂੰ ਅੱਜ ਦੀ ਰਾਤ ਇਸ ਕੋਲ ਰਹਿਣਾ ਪਏਗਾ, ਪਰ ਉਹ ਨਾ ਮੰਨੀ। ਉਹਦੀ ਤਬੀਅਤ ਖਰਾਬ ਹੋ ਰਹੀ ਸੀ। ਕੁਲਦੀਪ ਨੂੰ ਕੋਈ ਸ਼ੱਕ ਬਾਕੀ ਨਾ ਰਿਹਾ ਕਿ ਉਸੇ ਰਾਤ ਦਾ ਵਾਕਿਆ ਹੈ। ਉਸ ਰਾਤ ਮੀਂਹ ਵਰ ਰਿਹਾ ਸੀ, ਇਸ ਗੱਲ ਦਾ ਵੀ ਉਹਨੂੰ ਚੇਤਾ ਸੀ। ਉਹ ਇਸ ਵੇਲੇ ਜਿਵੇਂ ਸੁੰਨ ਹੋ ਗਿਆ ਅਤੇ ਪਛਤਾਵੇ ਦੀ ਅੱਗ ਨਾਲ ਸੜ ਰਿਹਾ ਸੀ। ਇਸੇ ਘਟਨਾ ਦੇ ਆਧਾਰ 'ਤੇ ਤਾਂ ਉਹਨੇ ਵਰਿਆਮ ਸਿੰਘ ਤੇ ਵਿਚਾਰੀ ਨਿਰਦੋਸ਼ ਸਰੋਜ ਨੂੰ ਗਲੀ ਮੁਹੱਲੇ ਬਦਨਾਮ ਕੀਤਾ ਸੀ। ਗਹਿਰੀ ਗੰਭੀਰਤਾ ਤੋਂ ਕਿਤੇ ਪ੍ਰਕਾਸ਼ ਕੁਝ ਭਾਂਪ ਨਾ ਲਏ, ਉਹ ਕੋਈ ਬਹਾਨਾ ਕਰਕੇ ਕਮਰੇ 'ਚੋਂ ਬਾਹਰ ਨਿਕਲਿਆ। ਫਿਰ ਹੇਠਾਂ ਉਤਰ ਕੇ ਰਸੋਈ ਵਾਲੇ ਕਮਰੇ 'ਚ ਜਾ ਬੈਠਾ। ਕਿੰਨਾ ਚਿਰ ਡੂੰਘੀਆਂ ਸੋਚਾਂ 'ਚ ਪਿਆ ਰਿਹਾ। ਜਦ ਵਾਪਸ ਉੱਪਰ ਪੁੱਜਾ ਤੇ ਪ੍ਰਕਾਸ਼ ਨੇ ਵੇਖਿਆ ਉਹਦੇ ਚਿਹਰੇ 'ਤੇ ਪਲੱਤਨ ਛਾਈ ਹੋਈ ਸੀ। ਪ੍ਰਕਾਸ਼ ਨੇ ਜਦ ਇਹਦਾ ਕਾਰਨ ਪੁੱਛਿਆ, ਉਹਨੇ ਪੇਟ ਦਰਦ ਕਹਿ ਕੇ ਟਾਲ ਦਿੱਤਾ। ਹੁਣ ਆਰਾਮ ਹੈ ਕਹਿ ਕੇ ਉਹਦਾ ਫਿਕਰ ਦੂਰ ਕੀਤਾ। ਇਸ ਤੋਂ ਬਿਨਾਂ ਕੁਲਦੀਪ ਹੋਰ ਕੋਈ ਗੱਲ ਨਾ ਕਰ ਸਕਿਆ। ਨੀਂਦਰ ਦਾ ਬਹਾਨਾ ਕਰਕੇ ਲੇਟ ਗਿਆ। ਅੱਜ ਉਹਦੀਆਂ ਅੱਖਾਂ 'ਚ ਨੀਂਦਰ ਦੀ ਥਾਂ ਪਛਤਾਵਾ ਰੜਕ ਰਿਹਾ ਸੀ। ਕਈ ਦਿਨਾਂ ਤੱਕ ਕੁਲਦੀਪ ਦਾ ਦਿਲ ਬੇਚੈਨ ਰਿਹਾ। ਕਈ ਵਾਰੀ ਉਹਦੀ ਸਲਾਹ ਹੁੰਦੀ ਕਿ ਵਰਿਆਮ ਸਿੰਘ ਦੇ ਪੈਰਾਂ 'ਤੇ ਡਿੱਗ ਕੇ ਆਪਣੀ ਭੁੱਲ ਦੀ ਮਾਫ਼ੀ ਮੰਗੇ, ਪਰ ਸਾਹਮਣੇ ਹੋਣ ਦੀ ਦਲੇਰੀ ਕਿੱਥੋਂ ਲਿਆਉਂਦਾ। ਪਿਓ ਦੇ ਜਿਉਂਦਿਆਂ ਕੁਲਦੀਪ ਨੇ ਕੰਮ ਰੁਜ਼ਗਾਰ ਵੱਲ ਕਦੇ ਬਹੁਤਾ ਧਿਆਨ ਨਹੀਂ ਸੀ ਦਿੱਤਾ। ਜਦੋਂ ਦਿਲ ਕੀਤਾ ਕੋਈ ਦੁਕਾਨ ਪਾ ਲਈ ਅਤੇ ਜਦੋਂ ਜੀਅ ਕੀਤਾ ਛੱਡ ਦਿੱਤੀ। ਗੁੜ ਦੇ ਵਪਾਰ ਤੇ ਆੜਤ ਵਿੱਚੋਂ ਸਾਧੂ ਸਿੰਘ ਨੇ ਬਥੇਰਾ ਪੈਸਾ ਕਮਾ ਲਿਆ ਸੀ। ਅਜੇ ਵੀ ਰੁਪਏ ਦੀ ਕੋਈ ਤੋਟ ਨਹੀਂ ਸੀ। ਸਤਵੰਤ ਤੇ ਗਿਆਨ ਕੌਰ ਦਾ ਗਹਿਣਾ ਤੇ ਨਗਦੀ ਰਲਾ ਕੇ 10-15 ਹਜ਼ਾਰ ਦਾ ਆਸਰਾ ਉਹਦੇ ਹੱਥ 'ਚ ਸੀ। ਪਰ ਹੁਣ ਕਿਉਂਕਿ ਉਸਦੇ ਜੀਵਨ 'ਚ ਪ੍ਰਕਾਸ਼ ਦੇ ਆਉਣ ਨਾਲ ਨਵਾਂ ਉਤਸ਼ਾਹ ਪੈਦਾ ਹੋ ਗਿਆ ਸੀ, ਇਸ ਲਈ ਉਹਨੂੰ ਕੰਮ ਕਰਨ ਦੀ ਲੋੜ ਭਾਸੀ। ਕਈ ਵਾਰੀ ਅੱਗੇ ਵੀ ਉਹਨੇ ਬਜਾਜੀ ਦੀ ਦੁਕਾਨ ਦਾ ਇਰਾਦਾ ਕੀਤਾ ਸੀ। ਹੁਣ ਉਹਦਾ ਇਹ ਇਰਾਦਾ ਪੱਕਾ ਹੋ ਗਿਆ। ਥੋੜ੍ਹੇ ਹੀ ਦਿਨਾਂ ਬਾਅਦ ਮਾਲ ਭਰਨ ਲਈ ਉਹਨੇ ਅੰਮ੍ਰਿਤਸਰ ਜਾਣ ਦੀ ਸਲਾਹ ਕਰ ਲਈ। ਗਿਆਨ ਕੌਰ ਦੇ ਸਿਰ 'ਤੇ ਸਾਰੇ ਘਰ ਦਾ ਬੋਝ ਆ ਪਿਆ। ਉਹੀ ਪ੍ਰਕਾਸ਼ ਜਿਹੜੀ ਕੰਮ ਧੰਦੇ ਤੋਂ ਕਦੇ ਵਿਹਲੀ ਨਹੀਂ ਸੀ ਹੁੰਦੀ। ਹੁਣ ਉਹਨੇ ਇੱਕ ਤਰ੍ਹਾਂ ਨਾਲ ਕੰਮ ਨਾ ਕਰਨ ਦੀ ਸਹੁੰ ਪਾ ਦਿੱਤੀ। ਇੱਥੋਂ ਤੱਕ ਕਿ ਬੱਚੇ ਨੂੰ ਖਿਡਾਉਣ ਲਈ ਵੀ ਕੁਲਦੀਪ ਨੂੰ ਇੱਕ ਪਹਾੜੀ ਮੁੰਡਾ ਰੱਖਣਾ ਪਿਆ। ਸਤਵੰਤ ਦਾ ਜਿੰਨਾ ਗਹਿਣਾ ਕੱਪੜਾ ਸੀ, ਇੱਕ ਇੱਕ ਕਰਕੇ ਕੁਲਦੀਪ ਨੇ ਪ੍ਰਕਾਸ਼ ਦੇ ਹਵਾਲੇ ਕਰ ਦਿੱਤਾ। ਕਈ ਗਹਿਣੇ ਜਿਹੜੇ ਪੁਰਾਣੇ ਫੈਸ਼ਨ ਦੇ ਸਨ ਤੁੜਾ ਕੇ ਨਵੇਂ ਬਣਵਾਏ ਗਏ। ਕੱਪੜੇ ਵੀ ਖਰੀਦੇ ਗਏ। ਨਵੀਂ ਜੜਤ ਵਿੱਚ ਝਿਲਮਿਲ ਕਰਦੀ ਪ੍ਰਕਾਸ਼ ਜਦ ਕੁਲਦੀਪ ਦੇ ਸਾਹਮਣੇ ਆਉਂਦੀ ਤਾਂ 100 ਜਾਨ ਨਾਲ ਉਹ ਤੋਂ ਸਦਕੇ ਹੋ ਜਾਂਦਾ। ਉਸ ਲਈ ਸਵਰਗ ਦੇ ਕਿਵਾੜ ਖੁੱਲ੍ਹ ਜਾਂਦੇ। ਉਹਦੀਆਂ ਅੱਖਾਂ 'ਚ ਇੱਕ ਮਸਤੀ ਜਿਹੀ ਛਾ ਜਾਂਦੀ। ਪਿਛਲਾ 1.25 ਕੁ ਮਹੀਨਾ ਕੁਲਦੀਪ ਘਰੋਂ ਬਾਹਰ ਬਹੁਤ ਘੱਟ ਨਿਕਲਿਆ। ਨਾ ਹੀ ਪ੍ਰਕਾਸ਼ ਨੇ ਬਹੁਤੀ ਦੁਮੰਜ਼ਲੇ ਤੋਂ ਹੇਠਾਂ ਉਤਰਨ ਦੀ ਖੇਚਲ ਕੀਤੀ। ਰੋਟੀ ਚਾਹ ਆਦਿ ਵੀ ਮੁੰਡੇ ਦੇ ਹੱਥ ਦੋਵੇਂ ਵੇਲੇ ਉੱਪਰ ਹੀ ਆਉਂਦੀ ਹੈ। ਗਿਆਨ ਕੌਰ ਲਈ ਨੂੰਹ ਪੁੱਤਰ ਦੀ ਸ਼ਕਲ ਵੇਖਣੀ ਮੁਸ਼ਕਿਲ ਹੋ ਗਈ। ਉਹ ਦਿਲ ਹੀ ਦਿਲ 'ਚ ਸਤਵੰਤ ਤੇ ਪ੍ਰਕਾਸ਼ ਕੌਰ ਦਾ ਟਾਕਰਾ ਕਰਦੀ ਹੋਈ ਕਈ ਤਰ੍ਹਾਂ ਦੇ ਫਰਕ ਮਹਿਸੂਸ ਕਰ ਰਹੀ ਹੈ। ਜਿਸ ਸਤਵੰਤ ਨੂੰ ਉਹ ਦਿਨ ਰਾਤ ਕੋਸਦੀ ਤੇ ਝਿੜਕਦੀ ਰਹਿੰਦੀ ਸੀ, ਅੱਜ ਉਹੀ ਇਸ ਨਵੀਂ ਨੂੰਹ ਦੇ ਟਾਕਰੇ ਵਿੱਚ ਦੇਵੀ ਜਾਪਦੀ ਸੀ। ਸਤਵੰਤ ਸੀ ਕਿ ਸੱਸ ਦੀਆਂ ਗਾਲਾਂ ਖਾ ਕੇ ਵੀ ਮੱਥੇ ਵੱਟ ਨਹੀਂ ਸੀ ਪਾਉਂਦੀ। ਖਿੜੇ ਮੱਥੇ ਸਭ ਕੁਝ ਕਰਦੀ, ਪਰ ਇੱਧਰ ਪ੍ਰਕਾਸ਼ ਹੈ ਕਿ ਸੱਸ ਨਾਲ ਗੱਲ ਕਰਨੀ ਵੀ ਆਪਣੀ ਹੱਦ ਤੱਕ ਸਮਝਦੀ ਹੈ। ਸਤਵੰਤ ਨੇ ਇੱਕ ਪੈਸੇ ਦੀ ਚੀਜ਼ ਲੈਣੀ ਹੁੰਦੀ ਤਾਂ ਸੱਸ ਦੀ ਸਲਾਹ ਨਾਲ ਲੈਂਦੀ, ਪਰ ਨਵੀਂ ਨੂੰਹ ਦਾ ਇਹ ਹਾਲ ਕਿ ਰੋਜ਼ ਨਵੇਂ ਤੋਂ ਨਵਾਂ ਗਹਿਣਾ ਵਧੀਆ ਕੱਪੜਾ ਆਉਂਦਾ ਹੈ, ਪਰ ਕਦੀ ਕਿਸੇ ਨੇ ਖਿਆਲ ਤੱਕ ਨਹੀਂ ਕੀਤਾ ਕਿ ਇਸ ਘਰ 'ਚ ਇੱਕ ਪੁਰਾਣੀ ਮੁੱਢੀ ਵੀ ਦੱਬੀ ਖੜੀ ਹੈ। ਜਿਹਨੇ ਇਸ ਘਰ ਦਾ ਬਹੁਤ ਕੁਝ ਵੇਖਿਆ ਤੇ ਉਹ ਆਪਣਾ ਹੱਕ ਤੇ ਦਾਈਆ ਸਮਝਦੀ ਹੈ ਕਿ ਇਸ ਘਰ ਦਾ ਹਰ ਇੱਕ ਕੰਮ ਉਹਦੀ ਮਰਜ਼ੀ ਨਾਲ ਨਹੀਂ, ਘੱਟੋ ਘੱਟ ਉਹਦੀ ਸਲਾਹ ਨਾਲ ਜ਼ਰੂਰ ਹੋਵੇ। ਉਹਦਾ ਇਹ ਹੱਕ ਪ੍ਰਕਾਸ਼ ਦੇ ਆਉਣ ਨਾਲ ਦਿਨੋਂ ਦਿਨ ਖੁੱਸਦਾ ਜਾ ਰਿਹਾ, ਜਿਸ ਕਰਕੇ ਗਿਆਨ ਕੌਰ ਨੂੰ ਆਪਣਾ ਘਰ ਬੋਝਲ ਤੇ ਅਸਹਿ ਮਾਲੂਮ ਹੋਣ ਲੱਗ ਪਿਆ। ਪੁੱਤਰ ਸਲਾਮਤ ਤੇ ਸੁਖੀ ਰਹੇ, ਕੇਵਲ ਇਸੇ ਲਾਲਚ ਪਿੱਛੇ ਉਹਨੇ ਹਰ ਇੱਕ ਖਤਰੇ ਵੱਲੋਂ ਅੱਖਾਂ ਮੀਟ ਕੇ ਇਹ ਕੌੜਾ ਘੁੱਟ ਭਰਿਆ ਸੀ। ਪੁੱਤਰ ਨੂੰ ਐਸਾ ਕਦਮ ਚੁੱਕਣ ਦੀ ਵੀ ਖੁੱਲ੍ਹ ਦੇ ਬੈਠੀ ਸੀ ਜਿਹੜਾ ਸਰਾਸਰ ਉਹਨੂੰ ਆਪਣੀ ਮੌਤ ਤੇ ਆਪਣੇ ਘਰ ਦੀ ਤਬਾਹੀ ਦਿਸੀ ਸੀ। ਇਸ ਮਾਮਲੇ 'ਚ ਸਹਾਇਤਾ ਜਾਂ ਧੀਰਜ ਮਿਲਣ ਦਾ ਕੁਝ ਰਤਾ ਮਾਸਾ ਆਸਰਾ ਉਹਨੂੰ ਵਰਿਆਮ ਸਿੰਘ ਦਾ ਸੀ। ਪਰ ਜਿਸ ਦਿਨ ਦਾ ਕੁਲਦੀਪ ਨੇ ਵਿਆਹ ਕਰਾਇਆ, ਵਰਿਆਮ ਸਿੰਘ ਨੇ ਇਸ ਘਰ 'ਚ ਪੈਰ ਨਹੀਂ ਪਾਇਆ। ਕੁਲਦੀਪ ਨੇ ਦੁਕਾਨ ਕਿਰਾਏ 'ਤੇ ਲੈ ਲਈ। ਮਾਲ ਖਰੀਦਣ ਲਈ ਉਹ ਅਜੇ ਤੀਕ ਅੰਮ੍ਰਿਤਸਰ ਨਹੀਂ ਜਾ ਸਕਿਆ। ਕਈ ਵਾਰੀ ਤਿਆਰੀ ਹੋਈ, ਪਰ ਪ੍ਰਕਾਸ਼ ਦੇ ਹੱਠ ਅੱਗੇ ਹਰ ਵਾਰੀ ਉਹਨੂੰ ਸਲਾਹ ਬਦਲਣੀ ਪਈ। ਪ੍ਰਕਾਸ਼ ਦਾ ਹਰ ਵਾਰੀ ਇਹ ਉਹ ਕਹਿਣਾ ਸੀ ਕਿ ਤੁਹਾਡੇ ਬਿਨਾਂ ਮੇਰਾ ਦਿਲ ਕੀਕਣ ਲੱਗੇਗਾ, ਜਾਂ ਮੈਨੂੰ ਨਾਲ ਲੈ ਚੱਲੋ ਅਤੇ ਜਾਂ ਫਿਰ ਤੁਸੀਂ ਵੀ ਨਾ ਜਾਓ। ਇਸੇ ਖਿਚਾ ਖਿੱਚੀ 'ਚ ਕੁਝ ਚਿਰ ਲੰਘ ਗਿਆ। ਇਹਨਾਂ ਦਿਨਾਂ 'ਚ ਕਈ ਵਾਰੀ ਮਾਂ ਪੁੱਤਰ ਦੀ ਝੜਪ ਵੀ ਹੋ ਚੁੱਕੀ ਸੀ। ਕੁਲਦੀਪ ਨੇ ਮਾਂ ਦੀ ਖਬਰ ਸੁਰਤ ਲੈਣੀ ਛੱਡ ਦਿੱਤੀ। ਗਿਆਨ ਕੌਰ ਕਦੇ ਕਦਾਈ ਜਦ ਬਹੁਤ ਦੁਖੀ ਹੋ ਜਾਂਦੀ ਤਾਂ ਉਹਨੂੰ ਕੁਝ
ਸੜੀਆਂ ਕੱਟੀਆਂ ਵੀ ਸੁਣਾ ਦਿੰਦੀ। ਪਹਿਲਾਂ ਤਾਂ ਕੁਲਦੀਪ ਇਕੱਲਾ ਹੀ ਉਸ ਨਾਲ ਉੱਤਰ ਪ੍ਰਸ਼ਨ ਕਰਦਾ ਸੀ, ਪਰ ਹੁਣ ਪ੍ਰਕਾਸ਼ ਵੀ ਇਸ 'ਚ ਸ਼ਾਮਲ ਹੋ ਜਾਂਦੀ, ਜਿਸ ਕਰਕੇ ਸਧਾਰਨ ਬੋਲ ਬੁਲਾਰਾ ਅਕਸਰ ਇੱਕ ਤਕੜੀ ਲੜਾਈ ਦੇ ਰੂਪ 'ਚ ਬਦਲ ਜਾਂਦਾ। ਪੁੱਤਰ ਦੇ ਸਾਹਮਣੇ ਹੀ ਮਾਂ ਦੀ ਬੇਇੱਜ਼ਤੀ ਹੁੰਦੀ ਰਹਿੰਦੀ, ਪਰ ਕੁਲਦੀਪ ਟਸ ਤੋਂ ਮਸ ਨਾ ਹੁੰਦਾ। ਪ੍ਰਕਾਸ਼ ਨੂੰ ਰੋਕਣ ਦੀ ਬਜਾਏ ਉਲਟਾ ਮਾਂ ਨੂੰ ਕੋਸਣਾ ਸ਼ੁਰੂ ਕਰ ਦਿੰਦਾ। ਗਿਆਨ ਕੌਰ ਉਹਨਾਂ ਸਿਆਣੀਆਂ ਮਾਵਾਂ 'ਚੋਂ ਨਹੀਂ ਸੀ ਜਿਹੜੀਆਂ ਖਤਰੇ ਦਾ ਝੌਲਾ ਵੇਖ ਕੇ ਰਾਹ ਬੁਲਾ ਕੇ ਲੰਘ ਜਾਣ। ਉਹ ਸੀ ਉਹਨਾਂ ਬੁੱਢੀਆਂ 'ਚੋਂ ਜਿਹੜੀਆਂ ਕਿਉਂ ਹੋਇਆ ਦੇ ਮਗਰ ਲੱਗ ਕੇ ਵਾਲ ਦੀ ਖੱਲ ਉਤਾਰਨੀ ਸ਼ੁਰੂ ਕਰ ਦਿੰਦੀਆਂ ਨੇ। ਉਹਦਾ ਦਿਨ ਰਾਤ ਰੋਂਦਿਆਂ ਬੀਤਣ ਲੱਗਾ ਤੇ ਬਲਦੀ ਤੇ ਬਰਾਬਰ ਤੇਲ ਪਾਈ ਜਾਂਦੀ ਸੀ ਪ੍ਰਕਾਸ਼, ਜਿਹੜੀ ਥੋੜ੍ਹੇ ਥੋੜ੍ਹੇ ਚਿਰ ਪਿੱਛੋਂ ਇੱਕ ਅੱਧ ਨਵੀਂ ਟਕੋਰ ਲਾ ਛੱਡਦੀ, ਜਿਹਦੇ ਫਲਸਰੂਪ ਗਿਆਨ ਕੌਰ ਦਾ ਗੁੱਸਾ ਨਵੇਂ ਸਿਰਿਓਂ ਭੜਕ ਉੱਠਦਾ। ਘੰਟਿਆਂ ਬੱਧੀ ਬੋਲਦੀ ਰਹਿੰਦੀ। ਇਹ 8 ਪੈਰੀ ਕਲੇਸ਼ ਕੁਲਦੀਪ ਦੇ ਕੰਨਾਂ ਦੇ ਪਰਦੇ ਪਾੜਨ ਲੱਗਾ। ਮਾਂ ਅੱਗੇ ਤਾਂ ਉਹਦੀ ਕੋਈ ਪੇਸ਼ ਨਹੀਂ ਸੀ ਜਾਂਦੀ। ਜਿੰਨਾ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦਾ ਉਹ ਵਧੇਰੇ ਭਖਦੀ। ਹਾਰ ਕੇ ਉਹਨੇ ਪ੍ਰਕਾਸ਼ ਨੂੰ ਹੀ ਮਿੱਠੇ ਪਿਆਰ ਨਾਲ ਸਮਝਾਉਣਾ ਸ਼ੁਰੂ ਕੀਤਾ। ਉਹ ਤਾਂ 70-72 ਹੈ, ਤੂੰ ਹੀ ਧੀਰਜ ਤੋਂ ਕੰਮ ਲਿਆ ਕਰ। ਪ੍ਰਕਾਸ਼ ਦੀ ਜ਼ਬਾਨ ਜਦ ਤੱਕ ਨਹੀਂ ਸੀ ਖੁੱਲ੍ਹਦੀ, ਖੁੱਲ੍ਹ ਗਈ ਤਾਂ ਇਹਨੂੰ ਰੋਕਣ ਵਾਲਾ ਕੌਣ ਸੀ? ਕਿਹਦੀ ਤਾਕਤ ਸੀ ਕਿ ਵਹਿੰਦੇ ਹੜ੍ਹ ਨੂੰ ਠੱਲ ਸਕੇ? ਕੁਲਦੀਪ ਨੂੰ ਕਿਸੇ ਵੇਲੇ ਖਿਝ ਆਉਣ ਲੱਗ ਪਈ। ਪ੍ਰਕਾਸ਼ ਜੀ ਨੂੰ ਹਰ ਨੁਕਤੇ ਤੋਂ ਪ੍ਰੇਮ ਦੀ ਪੁਤਲੀ ਸਮਝਦਾ ਸੀ। ਕਿਸੇ ਵੇਲੇ ਉਹਨੂੰ ਅਮੋੜਪੁਣਾ ਕਰਦੀ ਜਾਪਦੀ। ਪ੍ਰਕਾਸ਼ ਦੀ ਕੋਈ ਗੱਲ ਉਹਦੇ ਦਿਲ ਨੂੰ ਚੁਭਣ ਵੀ ਲੱਗ ਪਈ ਸੀ। ਇਸ ਚੁੱਭ ਦੇ ਫਲਸਰੂਪ ਕਈ ਵਾਰ ਦੋਹਾਂ 'ਚ ਮੂੰਹ ਮੁਟਾਈ ਹੋ ਜਾਂਦੀ, ਜਿਹੜੀ ਹੌਲੀ ਹੌਲੀ ਸ਼ਿਕਵਿਆਂ ਤੀਕ ਪਹੁੰਚਦੀ, ਫਿਰ ਤਾਨਿਆਂ ਤਨੋੜਿਆਂ ਤੀਕ ਤੇ ਆਖਰ ਰੋਸੇ ਤੱਕ। ਪ੍ਰੇਮ ਦੀ ਦੁਨੀਆ 'ਚ ਪ੍ਰਵੇਸ਼ ਕਰਨ ਸਮੇਂ ਪ੍ਰੇਮੀ ਪ੍ਰੇਮਿਕਾ ਦੀਆਂ ਅੱਖਾਂ ਅੱਗੇ ਇੱਕ ਐਨਕ ਹੁੰਦੀ ਹੈ, ਜਿਸ 'ਚੋਂ ਕਾਲੀਆਂ ਤੇ ਹਨੇਰੀਆਂ ਚੀਜ਼ਾਂ ਤਾਂ ਦਿਸਦੀਆਂ ਨਹੀਂ, ਸਿਰਫ ਚਿੱਟੀਆਂ ਤੇ ਚਮਕੀਲੀਆਂ ਹੀ ਦ੍ਰਿਸ਼ਟੀਗੋਚਰ ਹੁੰਦੀਆਂ ਹਨ। ਕਿਹਾ ਚੰਗਾ ਹੁੰਦਾ ਜੇ ਕੁਦਰਤ ਇਸ ਐਨਕ ਨੂੰ ਹਮੇਸ਼ਾ ਇਸੇ ਤਰ੍ਹਾਂ ਹੀ ਰਹਿਣ ਦਿੰਦੀ, ਪਰ ਇਹ ਹੁੰਦਾ ਨਹੀਂ। ਜਿਉਂ-ਜਿਉਂ ਪ੍ਰੇਮੀ ਪ੍ਰੇਮਿਕਾ ਇਸ ਪ੍ਰੇਮ ਉਪਬਨ 'ਚ ਅਗਾਂਹ ਜਾਂਦੇ ਹਨ, ਐਨਕ ਦਾ ਰੰਗ ਵਟਣਾ ਸ਼ੁਰੂ ਹੋ ਜਾਂਦਾ ਹੈ। ਉਹਨਾਂ ਦੇ ਖਾਬ ਵਿੱਚ ਵੀ ਨਹੀਂ ਆਏ ਹੁੰਦੇ। ਛੇਕੜ ਚਮਕੀਲੀਆਂ ਚੀਜ਼ਾਂ ਦੇ ਹੇਠਾਂ ਦੱਬੇ ਹੋਏ ਉਹ ਕਾਲੇ ਧੱਬੇ ਵੀ ਉੱਗੜ ਆਉਂਦੇ ਹਨ, ਜਿਹੜੇ ਪ੍ਰੇਮ ਦੀ ਸ਼ਤਰੰਜ ਬਾਜ਼ੀ ਉਲਟਾ ਕੇ ਰੱਖ ਦਿੰਦੇ ਹਨ। ਠੀਕ ਹੀ ਆਰੰਭ 'ਚ ਇਸ ਉਪਬਨ ਦੀ ਯਾਤਰਾ ਬੜੀ ਸੁਖਾਵੀਂ ਤੇ ਦਿਲ ਖੇੜਵੀਂ ਹੁੰਦੀ ਹੈ। ਜੋੜਾ ਸਮਝਦਾ ਹੈ ਇਹ ਚਿਰ ਰਹਿਣੀ ਅਵਸਥਾ ਹੈ, ਪਰ ਅਗਾਂਹ ਜਾ ਕੇ ਉਹਨੂੰ ਕਦੀ ਮਹਿਸੂਸ ਹੋਣ ਲੱਗ ਪੈਂਦਾ ਹੈ ਇੱਕ ਭੁਲੇਖਾ ਸੀ, ਜਿਹੜਾ ਭਵਿੱਖ ਜੀਵਨ ਦੀ ਲੰਮੀ ਲੜੀ 'ਚ ਕਈ ਐਸੀਆਂ ਗੁੰਝਲਾਂ ਪਾ ਦਿੰਦਾ ਜਿਹੜੀਆਂ ਮੁੜ ਸਾਰੀ ਉਮਰ ਕਦੇ ਸੁਲਝ ਨਹੀਂ ਸਕਦੀਆਂ। ਇਸ ਮੁੱਢਲੀ ਯਾਤਰਾ ਦੀ ਮੰਜ਼ਿਲ ਸਾਰੇ ਜੋੜਿਆਂ ਦੀ ਇੱਕੋ ਜਿਹੀ ਨਹੀਂ ਹੁੰਦੀ। ਇਹ ਵੱਧ ਤੋਂ ਵੱਧ ਲੰਮੀ ਹੋ ਸਕਦੀ ਹੈ, ਵੱਧ ਤੋਂ ਵੱਧ ਛੋਟੀ ਵੀ, ਵਰ੍ਹਿਆਂ ਬੱਧੀ ਵੀ ਕਾਇਮ ਰਹਿ ਸਕਦੀ ਹੈ ਤੇ ਹਫ਼ਤਿਆਂ ਵਿੱਚ ਵੀ ਬਦਲ ਸਕਦੀ ਹੈ। ਕੁਲਦੀਪ ਤੇ ਪ੍ਰਕਾਸ਼ ਦੀ ਪ੍ਰਥਮ ਯਾਤਰਾ ਦਾ ਸ਼ਾਇਦ ਇਹੋ ਅੰਤ ਸੀ, ਜਿਸ ਤੋਂ ਅੱਗੇ ਉਸ ਬਿਖੜੀ, ਰੁੱਖੀ ਤੇ ਥਕਾਵੀਂ ਚੜ੍ਹਾਈ ਦਾ ਪੜਾਅ ਸ਼ੁਰੂ ਹੋਣ ਵਾਲਾ ਜਾਂ ਹੋ ਗਿਆ ਸੀ, ਜਿਹਦੇ ਥਕੇਵਿਆਂ ਤੋਂ ਘਬਰਾ ਕੇ ਪ੍ਰੇਮੀ ਪ੍ਰੇਮਿਕਾ ਨੂੰ ਦੋਸ਼ੀ ਠਹਿਰਾਉਂਦਾ ਹੈ ਤੇ ਪ੍ਰੇਮਿਕਾ ਪ੍ਰੇਮੀ ਨੂੰ। ਦੋਵੇਂ ਕੁਝ ਖਿਚੇ ਰਹਿੰਦੇ ਹਨ। ਪਿਆਰ ਦੀ ਰੌਂ ਹੁਣ ਵੀ ਜਾਰੀ ਸੀ, ਪਰ ਇਸ ਪਿਆਰ 'ਚ ਕੁਝ ਹੋਰ ਚੀਜ਼ਾਂ ਦੀ ਮਿਲਾਵਟ ਹੋਣੀ ਸ਼ੁਰੂ ਹੋ ਗਈ ਸੀ। ਸ਼ੱਕ, ਕੁਝ ਕਠੋਰਤਾ, ਕਦੇ ਚਿੰਤਾ ਵੀ। ਕੁਲਦੀਪ ਨੇ ਮਹਿਸੂਸ ਕੀਤਾ ਸ਼ਾਇਦ ਹਰ ਵੇਲੇ ਕੋਲ ਰਹਿਣ ਨਾਲ ਹੀ ਪ੍ਰੇਮ ਦਾ ਰੰਗ ਲਾਲ ਹੁੰਦਾ ਜਾ ਰਿਹਾ ਹੈ। ਉਹਨੇ ਅੰਮ੍ਰਿਤਸਰ ਜਾਣ ਦਾ ਇਰਾਦਾ ਪੱਕਾ ਕਰ ਲਿਆ। ਪ੍ਰਕਾਸ਼ ਨੇ ਪਹਿਲਾਂ ਵਾਂਗ ਹੀ ਰੁਕਾਵਟ ਪਾਉਣੀ ਸ਼ੁਰੂ ਕਰ ਦਿੱਤੀ, ਪਰ ਕੁਲਦੀਪ ਐਤਕੀ ਰੁਕਿਆ ਨਹੀਂ। 2,000 ਰੁਪਏ ਪੱਲੇ ਬੰਨ੍ਹ ਕੇ ਉਹ ਇੱਕ ਦਿਨ ਰਾਤ ਦੀ ਗੱਡੀ ਅੰਮ੍ਰਿਤਸਰ ਰਵਾਨਾ ਹੋ ਹੀ ਗਿਆ। ਪ੍ਰਕਾਸ਼ ਦੇ ਰੋਕਣ ਤੇ ਵਰਜਨ ਦਾ ਉਹਦੇ ਦਿਲ 'ਤੇ ਅਸਰ ਜ਼ਰੂਰ ਹੋਇਆ, ਪਰ ਇੰਨਾ ਨਹੀਂ ਕਿ ਸਲਾਹ ਬਦਲ ਲੈਂਦਾ। ਮੰਨਣ ਦੀ ਤੇ ਨਾ ਮੰਨਣ ਦੀ ਮਾਨਸਿਕ ਹੱਦ ਸੂਈ ਦੇ ਨੱਕਿਆਂ ਨਾਲ ਮਿਣੀ ਜਾਂਦੀ ਹੈ। ਨਾ ਮੰਨੀਆਂ ਜਾਣ ਵਾਲੀਆਂ ਗੱਲਾਂ ਥੋੜ੍ਹਾ ਜਿਹਾ ਅੱਗੇ ਹੋਣ ਨਾਲ ਮੰਨੀਆਂ ਜਾਂਦੀਆਂ, ਥੋੜ੍ਹਾ ਜਿਹਾ ਪਿੱਛੇ ਪੈ ਜਾਣ ਨਾਲ ਮੰਨੀਆਂ ਜਾਣ ਵਾਲੀਆਂ ਵੱਲੋਂ ਵੀ ਇਨਕਾਰ ਕੀਤਾ ਜਾ ਸਕਦਾ ਹੈ। ਅੰਗ 29ਵਾਂ। ਅੰਮ੍ਰਿਤਸਰ ਪਹੁੰਚ ਕੇ ਸਭ ਤੋਂ ਵੱਡੀ ਦੁਬਿਧਾ ਜਿਹੜੀ ਕੁਲਦੀਪ ਦੇ ਦਿਲ 'ਚ ਉੱਠੀ, ਉਹ ਸੀ ਸੰਤਾ ਨੂੰ ਮਿਲਣ ਜਾਂ ਨਾ ਮਿਲਣ ਬਾਰੇ। ਰੇਲ ਦੇ ਸਟੇਸ਼ਨ ਤੋਂ ਉਤਰ ਕੇ ਉਹਨੇ ਬਿਸਤਰਾ ਕੁਲੀ ਨੂੰ ਚੁਕਾਇਆ, ਫਾਟਕ ਤੋਂ ਬਾਹਰ ਨਿਕਲਿਆ। ਸਭ ਤੋਂ ਪਹਿਲਾਂ ਇੱਕ ਟਾਂਗੇ ਵਾਲੇ ਦੀ ਆਵਾਜ਼ ਉਹਦੇ ਕੰਨੀ ਪਈ, ਚਲੋ ਕੱਲੀ ਸਵਾਰੀ ਬਾਬੇ ਸਾਹਿਬ ਦੇ ਚੌਕ ਦੀ। ਇਸੇ ਚੌਕ ਲਾਗੇ ਸੰਤਾ ਦਾ ਨਿਵਾਸ ਸਥਾਨ ਸੀ। ਉਹਦੀ ਸਲਾਹ ਹੋਈ ਕਿ ਉਸੇ ਟਾਂਗੇ 'ਚ ਬੈਠ ਜਾਏ। ਫਿਰ ਸੋਚਣ ਲੱਗਾ, ਮੈਂ ਕੀ ਮੂੰਹ ਦਿਖਾਵਾਂਗਾ ਉਹਨਾਂ ਨੂੰ, ਕਿ ਉਹ ਮੇਰੇ ਪਾਸੋਂ ਇਹੀ ਉਮੀਦ ਰੱਖਦੇ ਹੋਣਗੇ। ਕਿਸ ਹਾਲਤ 'ਚ ਮੈਂ ਉਹਨਾਂ ਦੇ ਸਾਹਮਣੇ ਜਾਵਾਂਗਾ? ਕਿੱਥੇ ਆ ਮੇਰਾ ਉਹ ਮਨ ਜਿਹੜਾ ਉਹਨਾਂ ਦੇ ਉਪਦੇਸ਼ਾਂ ਦੇ ਅਸਰ ਨਾਲ ਅੰਮ੍ਰਿਤ ਸਰੋਵਰ 'ਚ ਤਾਰੀਆਂ ਲਾਇਆ ਕਰਦਾ ਸੀ, ਉੱਠਦਿਆਂ ਬੈਠਦਿਆਂ, ਸੌਂਦਿਆਂ ਜਾਗਦਿਆਂ,
ਹਰ ਸਵਾਸ ਸਿਮਰਨ ਦੇ ਰੰਗ 'ਚ ਰੱਤਾ ਹੁੰਦਾ ਸੀ। ਜਦ ਇਸ ਸੰਸਾਰ ਦਾ ਪਸਾਰਾ ਮੈਨੂੰ ਮ੍ਰਿਗ ਤ੍ਰਿਸ਼ਨਾ ਦਾ ਜਾਲ ਦਿਖਾਈ ਦਿੰਦਾ ਸੀ, ਜਦ ਨਾਮ ਦੀ ਖੁਮਾਰੀ 'ਚ ਮੈਂ ਘਰ ਬਾਹਰ ਵੱਲੋਂ ਉਪਰਾਮ ਸਾਂ, ਆਉਂਦੇ ਰਿਸ਼ਤਿਆਂ ਨੂੰ ਮੈਂ ਠੁਕਰਾ ਦਿੱਤਾ ਸੀ, ਸਰੋਜ ਦੇ ਪਿਆਰ ਨੂੰ ਮੈਂ ਟਾਲ ਦਿੱਤਾ ਸੀ ਕਿ ਮੈਂ ਸੰਤਾਂ ਨੂੰ ਆਪਣੀ ਇਹ ਮਨਹੂਸ ਸ਼ਕਲ ਵਿਖਾ ਸਕਾਂਗਾ। ਪਰ ਦਰਸ਼ਨ ਦੀ ਖਾਹਿਸ਼ ਨੂੰ ਉਹ ਰੋਕ ਨਾ ਸਕਿਆ। ਸੋਚਣ ਲੱਗਾ, ਉਹਨਾਂ ਦੇ ਸੈਂਕੜੇ ਹਜ਼ਾਰਾਂ ਸ਼ਰਧਾਲੂ ਹਨ ਕਿ ਉਹ ਸਾਰੇ ਤਿਆਗੀ ਤੇ ਨਿਰਵਾਣ ਹਨ। ਮੈਂ ਸੰਤਾਂ ਦੇ ਚਰਨਾਂ 'ਚ ਡਿੱਗ ਕੇ ਖਿਮਾ ਮੰਗਾਂਗਾ, ਕਹਾਂਗਾ, ਮਹਾਰਾਜ ਮੈਂ ਇਸ ਕਠਨ ਵਰਤ ਵਿੱਚ ਪੂਰਾ ਨਹੀਂ ਉਤਰ ਸਕਿਆ, ਮੈਂ ਮੁੜ ਗ੍ਰਸਤ ਦੇ ਜਾਲ 'ਚ ਫਸ ਗਿਆ। ਇਸੇ 'ਚ ਰਹਿੰਦਿਆਂ ਹੋਇਆਂ ਮੈਨੂੰ ਪਰਮਾਰਥ ਦਾ ਰਾਹ ਦਿਸ ਪਵੇ, ਕੋਈ ਐਸਾ ਉਪਦੇਸ਼ ਦਿਓ, ਬੜੇ ਕਿਰਪਾਲੂ ਨੇ, ਜ਼ਰੂਰ ਖਿਮਾ ਕਰ ਦੇਣਗੇ। ਤੇ ਅਖੀਰ ਉਹ ਉਸੇ ਟਾਂਗੇ 'ਚ ਬੈਠ ਗਿਆ। ਸਾਰੇ ਰਾਹ ਉਹਨਾਂ ਹੀ ਖਿਆਲਾਂ 'ਚ ਉਲਝਿਆ ਰਿਹਾ। ਟਾਂਗਾ ਚੌਕ 'ਚ ਜਾ ਰੁਕਿਆ। ਬਿਸਤਰਾ ਕੁਲੀ ਨੂੰ ਚੁਕਾ ਕੇ ਕੁਲਦੀਪ ਸੰਤਾਂ ਦੀ ਦੱਸੀ ਹੋਈ ਸ਼ਹੀਦ ਬੂੰਗੇ ਵਾਲੀ ਗਲੀ ਵੱਲ ਤੁਰ ਪਿਆ। ਰਾਤ ਦੇ 9 ਵਜੇ ਦਾ ਵੇਲਾ ਸੀ। ਹਨੇਰੀ ਰਾਤ ਕਰਕੇ ਭੀੜੀ ਗਲੀ 'ਚ ਇੱਕ ਓਪਰੇ ਆਦਮੀ ਦਾ ਛੇਤੀ ਛੇਤੀ ਤੁਰਨਾ ਮੁਸ਼ਕਿਲ ਸੀ। ਗਲੀ ਦੇ ਅੱਧ 'ਚ ਪਹੁੰਚ ਕੇ ਉਹਨੇ ਸੰਤਾਂ ਦਾ ਡੇਰਾ ਪਤਾ ਕਰਨਾ ਚਾਹਿਆ। ਉਹਨੇ ਬਿਸਤਰਾ ਇੱਕ ਮਕਾਨ ਦੇ ਥੜੇ 'ਤੇ ਰਖਵਾ ਦਿੱਤਾ। ਕੁਲੀ ਨੂੰ ਉੱਥੇ ਖਲਿਆਰ ਕੇ ਆਪ ਅਗਾਂਹ ਵਧਿਆ। 2-4 ਘਰ ਲੰਘ ਕੇ ਉਹ ਇੱਕ ਜਗ੍ਹਾ ਰੁਕ ਗਿਆ। ਮਕਾਨ ਦੀ ਉੱਪਰਲੀ ਛੱਤ ਤੋਂ ਲੜਾਈ ਝਗੜੇ ਦੀ ਆਵਾਜ਼ ਆ ਰਹੀ ਸੀ। ਉਹਦੇ ਕੰਨਾਂ ਨੂੰ ਕੁਝ ਭਰਮ ਪਿਆ, ਜਿਵੇਂ ਇਸ ਲੜਾਈ 'ਚ ਉਹਦੀ ਪਛਾਣੀ ਹੋਈ ਕੋਈ ਆਵਾਜ਼ ਵੀ ਸ਼ਾਮਲ ਹੈ। ਇੰਨੇ ਨੂੰ ਇੱਕ ਆਦਮੀ ਹੱਥ 'ਚ ਲੋਹੇ ਦਾ ਡੋਲ ਲਈ ਉਹਦੇ ਸਾਹਮਣੇ ਲੰਘਿਆ। ਉਹਦੇ ਗਲ ਲੰਮਾ ਚੋਲਾ, ਧੇੜ ਕਛਹਿਰਾ, ਸਿਰ 'ਤੇ ਛੋਟੀ ਪੱਗ ਸੀ। ਸ਼ਾਇਦ ਉਹ ਕਿਸੇ ਸੰਤ ਮਹਾਤਮਾ ਦਾ ਚੇਲਾ ਹੋਵੇ। ਇਹ ਸੋਚ ਕੇ ਕੁਲਦੀਪ ਨੇ ਜ਼ਰਾ ਅਦਬ ਨਾਲ ਪੁੱਛਿਆ, ਕਿਉਂ ਜੀ, ਸੰਤ ਪ੍ਰੇਮ ਸਿੰਘ ਹੋਰਾਂ ਦਾ ਡੇਰਾ ਕਿੱਥੇ ਹੈ? ਇਹੋ ਤੇ ਹੈ ਜਿਹਦੇ ਬੂਹੇ ਅੱਗੇ ਤੁਸੀਂ ਖੜ੍ਹੇ ਹੋ। ਉਹਨੇ ਸਿਰ ਤੋਂ ਪੈਰਾਂ ਤੱਕ ਕੁਲਦੀਪ ਨੂੰ ਤੱਕ ਕੇ ਪੁੱਛਿਆ, ਕਿੱਥੋਂ ਆਏ ਹੋ ਤੁਸੀਂ? ਜੀ ਪਸ਼ੌਰੋਂ ਆ ਰਿਹਾ। ਇਹਨਾਂ ਨਾਲ ਕੀ ਕੰਮ ਜੇ? ਮੇਰੇ ਗੁਰਦੇਵ ਨੇ, ਮੈਂ ਇਹਨਾਂ ਪਾਸੋਂ ਉਪਦੇਸ਼ ਲਿਆ ਹੋਇਆ। ਅੱਛਾ। ਉਹਨੇ ਅੱਛਾ ਸ਼ਬਦ ਕੁਝ ਟਿਚਕਰ ਭਰੇ ਲਹਿਜੇ 'ਚ ਕਿਹਾ, ਫਿਰ ਜ਼ਰਾ ਰੁੱਕ ਕੇ ਬੋਲਿਆ, ਪਰ ਤੁਸੀਂ ਇਸ ਪਖੰਡੀ ਦੇ ਢਾਏ ਕੀਕਣ ਚੜ੍ਹ ਗਏ? ਕੁਲਦੀਪ ਨੂੰ ਇਹ ਗੱਲ ਤੀਰ ਵਾਂਗ ਵੱਜੀ। ਉਹਦੇ ਉੱਤਰ ਦੇਣ ਤੋਂ ਪਹਿਲਾਂ ਹੀ ਉਹ ਫੇਰ ਬੋਲਿਆ, ਜ਼ਰਾ ਉੱਪਰ ਜਾ ਕੇ ਵੇਖੋ ਨਾ ਆਪਣੇ ਗੁਰਦੇਵ ਦੀ ਕਰਤੂਤ। ਕਈਆਂ ਦਿਨਾਂ ਤੋਂ ਗਲੀ 'ਚ ਮਹਾਭਾਰਤ ਮਚਾਇਆ ਹੋਇਆ ਸੂ, ਤੇ ਹੋਰ ਵੀ ਕਿੰਨਾ ਕੁਝ ਬੁੜਬੁੜਾਉਂਦਾ ਹੋਇਆ ਅਜਨਬੀ ਗਾਂਹ ਲੰਘ ਗਿਆ। ਕੁਲਦੀਪ ਉੱਪਰ ਚੜ੍ਹਨ ਲੱਗਾ। ਜਿਉਂ-ਜਿਉਂ ਉੱਪਰ ਚੜ੍ਹਦਾ ਗਿਆ, ਝਗੜੇ ਦੀਆਂ ਆਵਾਜ਼ਾਂ ਉਹਨੂੰ ਸਪਸ਼ਟ ਸੁਣਾਈ ਦਿੰਦੀਆਂ ਗਈਆਂ। ਛੇਕੜਲੀ ਪੌੜੀ 'ਤੇ ਪਹੁੰਚ ਕੇ ਉਸ ਵੇਖਿਆ ਬੂਹੇ ਦਾ ਅੰਦਰੋਂ ਕੁੰਡਾ ਵੱਜਾ ਹੋਇਆ ਸੀ। ਉਹਨੂੰ ਕੁਝ ਵੀ ਸ਼ੱਕ ਨਾ ਰਿਹਾ ਕਿ ਇਹ ਆਵਾਜ਼ ਸੰਤਾਂ ਦੀ ਹੈ। ਪਰ ਇੰਨੀ ਕੁਰਖਤ, ਏਡੇ ਕਹਿਰਾਂ ਦੀ ਭਰੀ ਹੋਈ, ਇੰਨੇ ਘਟੀਆ ਸ਼ਬਦ, ਨਾਲ ਹੀ ਇੱਕ ਜਨਾਨੇ ਗਲੇ ਦੀ ਆਵਾਜ਼ ਵੀ ਸ਼ਾਮਲ ਸੀ। ਪਹਿਲੀ ਗੱਲ ਜਿਹੜੀ ਉਹਨੂੰ ਸਪਸ਼ਟ ਸੁਣਾਈ ਦਿੱਤੀ ਇਹ ਸੀ, ਬਦਜ਼ਾਤ ਕੁੱਤੀ ਨਾ ਹੋਵੇ ਤੇ ਭੁੱਖੀ ਮਰਦੀ ਨੂੰ ਲਿਆ ਕੇ ਰਾਜ 'ਤੇ ਬਿਠਾਲ ਦਿੱਤਾ ਸੀ। ਵਿੱਚੋਂ ਹੀ ਜਨਾਨੀ ਦੀ ਆਵਾਜ਼ ਆਈ, ਚੁੱਲ੍ਹੇ 'ਚ ਪਏ ਤੇਰਾ ਰਾਜ। ਮੈਨੂੰ ਜੇ ਪਤਾ ਹੁੰਦਾ ਤੇਰੀਆਂ ਕਰਤੂਤਾਂ ਤੇ ਫਿਰ ਕਾੜ ਕਰਕੇ ਇੱਕ ਚਪੇੜ ਦੀ ਆਵਾਜ਼ ਆਈ। ਇਹਦੇ ਨਾਲ ਹੀ ਜਨਾਨੀ ਦੇ ਗਾਲਾਂ ਕੱਢਦਿਆਂ ਹੋਇਆਂ ਡਡਿਆਉਣ ਦੀ। ਕੁਲਦੀਪ ਉੱਥੇ ਹੋਰ ਨਾ ਠਹਿਰ ਸਕਿਆ। ਪਿਛਲੇ ਪੈਰੀਂ ਹੇਠਾਂ ਉਤਰ ਗਿਆ ਤੇ ਮੁੜ ਉਸੇ ਥਾਂ ਪਹੁੰਚ ਕੇ ਕੁਲੀ ਨੂੰ ਕਹਿਣ ਲੱਗਾ, ਮੈਨੂੰ ਕਿਸੇ ਨੇੜੇ ਦੇ ਹੋਟਲ 'ਚ ਲੈ ਚੱਲ। ਕੁਲੀ ਨੇ ਬਿਸਤਰਾ ਚੁੱਕਿਆ ਤੇ ਉਹਦੇ ਮਗਰ ਮਗਰ ਤੁਰ ਪਿਆ। ਨਾਲ ਹੀ ਤੁਰ ਪਈ ਵਿਚਾਰਾਂ ਦੀ ਲੰਮੀ ਅਮੁੱਕ ਲੜੀ। ਵਿਸ਼ੇ ਦਮਨ ਦੀਆਂ ਦੁਹਾਈਆਂ ਦੇ ਕੇ। ਗ੍ਰਸਤ ਤੋਂ ਦੂਰ ਭੱਜਣ ਵਾਲੇ ਲੋਕ ਜਾਂ ਬੇਸਮਝ ਸਨ ਤੇ ਜਾਂ ਪਖੰਡੀ। ਜਿਸ ਤਰ੍ਹਾਂ ਭੁੱਖ ਨੂੰ, ਪਿਆਸ ਨੂੰ, ਨੀਂਦਰ ਨੂੰ ਦਮਨ ਕਰਨਾ ਗੈਰ ਕੁਦਰਤੀ ਹੈ, ਇਸੇ ਤਰ੍ਹਾਂ ਵਿਸ਼ੇ ਦਮਨ ਖਾਤਰ ਘਰ-ਬਾਰ ਛੱਡਣਾ, ਤੁਰਨਾ ਵੀ ਗੈਰ ਕੁਦਰਤੀ ਅਥਵਾ ਮੂਰਖਤਾ ਹੈ। ਸਾਡੀਆਂ ਸੁਧਾਰਕ ਸੰਸਥਾਵਾਂ ਤੇ ਭਾਈਚਾਰਕ ਨਿਜ਼ਾਮ ਆਪ ਹੀ ਲੋਕਾਂ ਦੇ ਰਸਤੇ 'ਚ ਡਿੱਗ ਪੈਂਦਾ ਤੇ ਆਪ ਹੀ ਉਹਦੀ ਸ਼ਕਲ ਉੱਤੇ ਅਫਸੋਸ, ਉਹਦੀ ਕਰਨੀ ਤੇ ਘਿਰਨਾ ਤੇ ਉਹਦੀ ਨੀਅਤ ਉੱਤੇ ਸ਼ੱਕ ਕਰਨ ਲੱਗ ਪੈਂਦੇ ਨੇ। ਧੰਨਵਾਦ। ਚੱਲਦਾ।